पर दूजे पासे बलात्कारी बाहर ने गुजरात दे विच छड्ड दित्ते, प्रधानमंत्री दे कातल छड्ड दित्ते गए। अज मिसाल साडे सामने सरसे वाला साध, एक नहीं दो नहीं किन्ने ही कुड़ियां वल्लों उसते दोष लगाए गए, सज़ा भी हो गई है। पर उसके बावजूद एक महीने तो अंदर अंदर फिर परौल ते आ जाता है कि साडे हक कित्थे गए। वो जदों अपनियां सजावां भुगत के भी अज बजुर्ग हो चुके ने तां भी इंसाफ नहीं मिल रहा। ਇਹ ਸ਼ਾਂਤਮਈ ਢੰਗ ਦੇ ਨਾਲ ਬਾਰ-ਬਾਰ ਜਦੋਂ ਅਪੀਲਾਂ ਕੀਤੀਆਂ ਗਈਆਂ, ਦਲੀਲਾਂ ਦਿੱਤੀਆਂ ਗਈਆਂ, ਨਾ ਸੁਣਿਆ। ਆਖਰ ਨੂੰ ਅੱਜ ਸ਼ਾਂਤਮਈ ਤੌਰ ਤੇ ਮੋਹਾਲੀ ਚੰਡੀਗੜ੍ਹ ਦੇ ਬਾਰਡਰ ਤੇ ਬੈਠ ਗਈ ਹੈ ਸੰਗਤ, ਪੱਕਾ ਮੋਰਚਾ ਲਾ ਕੇ। ਹੁਣ ਕਿਸਾਨੀ ਸੰਘਰਸ਼ ਵਾਂਗ ਆਰ-ਪਾਰ ਦੀ ਗੱਲ ਹੋਵੇਗੀ, ਜਾਂ ਬੰਦੀ ਸਿੰਘ ਬਾਹਰ ਆਉਣਗੇ ਜਾਂ ਫਿਰ ਇਹ ਲੰਮਾ ਚੱਲੇਗਾ। ਭਾਵੇਂ ਕਿੰਨੇ ਵੀ ਸ਼ਹਾਦਤਾਂ ਹੋ ਜਾਣ, ਕਿੰਨੀ ਵੀ ਲੜਾਈ ਹੋਵੇ, ਪਰ ਇਹ ਸ਼ਾਂਤਮਈ ਤੌਰ ਤੇ ਜੋ ਧਰਨਾ ਇਹ ਚੱਲ ਰਿਹਾ ਹੈ, ਇਸੇ ਨੂੰ ਲੈ ਕੇ ਪਿੰਡਾਂ ਦੇ ਵਿੱਚ ਜੋ ਲੋਕਾਂ ਦੇ ਵਿੱਚ ਜੋਸ਼ ਹੈ, ਸੋ ਉੱਥੇ ਬਾਰ-ਬਾਰ ਸੰਗਤਾਂ ਜਾ ਰਹੀਆਂ ਨੇ। ਸਭ ਤੋਂ ਇਸ ਮਾਰਚ ਦੇ ਵਿੱਚ ਕਿੰਨੇ ਜਿਹੜੇ ਕਿ ਕਿਸ ਇਲਾਕੇ ਤੋਂ ਜਿਹੜੀ ਕਿ ਸੰਗਤ ਆ ਕੇ ਸ਼ਮੂਲੀਅਤ ਕਰ ਰਹੀ ਹੈ, ਕਿਸ ਇਲਾਕੇ ਤੋਂ? ਇਹੀ ਦੱਸ ਰਹੇ ਕਿ ਸ਼ੁਰੂਆਤ ਹੈ ਜੋ ਪਹਿਲੇ ਦਿਨ ਤੇ ਪੱਕੇ ਉੱਥੇ ਮੋਰਚੇ ਬੈਠੇ ਹੋਏ ਨੇ ਇਸ ਖੇਤਰ ਤੋਂ ਵੀ ਪਹਿਲੇ ਦਿਨ ਤੋਂ ਹੀ। ਸੋ ਅੱਜ ਨੌਜਵਾਨਾਂ ਵੱਲੋਂ ਫਿਰ ਇਕੱਤਰ ਹੋ ਕੇ ਇੱਥੇ ਕੌਮੀ ਇਨਸਾਫ ਮੋਰਚੇ ਦੇ ਬੈਨਰ ਹੇਠ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਕਿ ਸ਼ਾਂਤਮਈ ਤੌਰ ਤੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕੀਏ, ਜਿਸ ਦੇ ਵਿੱਚ ਮੋਹਾਲੀ, ਕੁਰਾਲੀ ਖੇਤਰ, ਮਾਜਰੀ ਬਲਾਕ ਅਤੇ ਰੋਪੜ ਏਰੀਆ, ਅਨੰਦਪੁਰ ਸਾਹਿਬ ਏਰੀਆ, ਅੱਗੇ ਵੀ ਜਾ ਕੇ ਪਿੰਡਾਂ ਦੇ ਵਿੱਚ ਥਾਂ ਥਾਂ ਜਿੱਥੇ ਪੜਾਅ ਹੋਣਗੇ, ਸੰਗਤਾਂ ਸ਼ਾਮਲ ਹੋਣਗੀਆਂ। ਸ਼ਾਂਤਮਈ ਤੌਰ ਤੇ ਜਾਪ ਕਰਦੇ ਹੋਏ ਉੱਥੇ ਪਹੁੰਚਣਾ ਹੈ ਤਾਂ ਕਿ ਹੋਰ ਸੰਗਤਾਂ ਦੀ ਵੀ ਆਵਾਜ਼ ਹੈ ਜਿਹੜੀ ਉਹ ਸਰਕਾਰਾਂ ਤੱਕ ਪਹੁੰਚ ਸਕੇ ਤੇ ਬੰਦੀ ਸਿੰਘ ਰਿਹਾ ਕਰ ਸਕੇ। ਦੂਜੀ ਗੱਲ ਹੈ, ਅੱਜ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ, ਇਹ ਵੀ ਕਾਨੂੰਨ ਕੰਮ ਨਹੀਂ। ਦੂਜੇ ਪਾਸੇ ਇੱਕ ਪਾਸੇ ਦਾ ਸਜ਼ਾ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਜਿਹੜੇ ਦੋਸ਼ੀ ਉਹ ਅੱਜ ਬਾਹਰ ਘੁੰਮ ਰਹੇ ਨੇ। ਸ਼੍ਰੋਮਣੀ ਕਮੇਟੀ ਤੇ ਵੀ ਸਵਾਲ ਨੇ, 328 ਮਹਾਰਾਜ ਦੇ ਸਰੂਪ ਗਾਇਬ ਨੇ ਤੇ ਬਹੁਤ ਵੱਡੇ ਮਸਲੇ ਨੇ। 4 ਮੰਗਾਂ ਨੂੰ ਲੈ ਕੇ ਮੁੱਖ ਇਹ ਉੱਥੇ ਬੈਠੇ ਹੈ, ਚਾਰੋਂ ਹੀ ਹੱਲ ਕਰਵਾਈਆਂ ਜਾਣਗੀਆਂ। ਹੁਣ ਸੰਗਤਾਂ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ, ਭਾਵੇਂ ਲੰਮਾ ਸਮਾਂ ਲੱਗੇ। ਆਖਰ ਨੂੰ ਇਹ ਜਦੋਂ ਪਾਣੀ ਸਿਰ ਤੋਂ ਲੰਘ ਗਿਆ, ਹੁਣ ਉੱਥੇ ਸੰਗਤ ਬੈਠ ਗਈ ਹੈ ਸ਼ਾਂਤਮਈ ਤੌਰ ਤੇ। ਹੁਣ ਦੇਖਦੇ ਸਰਕਾਰ ਆਪਣਾ ਫਰਜ਼ ਕਦੋਂ ਪੂਰਾ ਕਰਦੀ ਹੈ। ਪਰ ਦੂਜੇ ਪਾਸੇ ਬਲਾਤਕਾਰੀ ਬਾਹਰ ਨੇ ਗੁਜਰਾਤ ਦੇ ਵਿੱਚ ਛੱਡ ਦਿੱਤੇ, ਪ੍ਰਧਾਨ ਮੰਤਰੀ ਦੇ ਕਾਤਲ ਛੱਡ ਦਿੱਤੇ ਗਏ। ਅੱਜ ਮਿਸਾਲ ਸਾਡੇ ਸਾਹਮਣੇ ਸਰਸੇ ਵਾਲਾ ਸਾਧ, ਇੱਕ ਨਹੀਂ ਦੋ ਨਹੀਂ ਕਿੰਨੇ ਹੀ ਕੁੜੀਆਂ ਵੱਲੋਂ उसते दोष लगाए गए, सज़ा भी हो गई है। पर उसके बावजूद एक महीने तो अंदर अंदर फिर परौल ते आ जाता है कि साडे हक कित्थे गए। वो जदों अपनियां सजावां भुगत के भी अज बजुर्ग हो चुके ने तां भी इंसाफ नहीं मिल रहा। ਇਹ ਸ਼ਾਂਤਮਈ ਢੰਗ ਦੇ ਨਾਲ ਬਾਰ-ਬਾਰ ਜਦੋਂ ਅਪੀਲਾਂ ਕੀਤੀਆਂ ਗਈਆਂ, ਦਲੀਲਾਂ ਦਿੱਤੀਆਂ ਗਈਆਂ, ਨਾ ਸੁਣਿਆ। ਆਖਰ ਨੂੰ ਅੱਜ ਸ਼ਾਂਤਮਈ ਤੌਰ ਤੇ ਮੋਹਾਲੀ ਚੰਡੀਗੜ੍ਹ ਦੇ ਬਾਰਡਰ ਤੇ ਬੈਠ ਗਈ ਹੈ ਸੰਗਤ, ਪੱਕਾ ਮੋਰਚਾ ਲਾ ਕੇ। ਹੁਣ ਕਿਸਾਨੀ ਸੰਘਰਸ਼ ਵਾਂਗ ਆਰ-ਪਾਰ ਦੀ ਗੱਲ ਹੋਵੇਗੀ, ਜਾਂ ਬੰਦੀ ਸਿੰਘ ਬਾਹਰ ਆਉਣਗੇ ਜਾਂ ਫਿਰ ਇਹ ਲੰਮਾ ਚੱਲੇਗਾ। ਭਾਵੇਂ ਕਿੰਨੇ ਵੀ ਸ਼ਹਾਦਤਾਂ ਹੋ ਜਾਣ, ਕਿੰਨੀ ਵੀ ਲੜਾਈ ਹੋਵੇ, ਪਰ ਇਹ ਸ਼ਾਂਤਮਈ ਤੌਰ ਤੇ ਜੋ ਧਰਨਾ ਇਹ ਚੱਲ ਰਿਹਾ ਹੈ, ਇਸੇ ਨੂੰ ਲੈ ਕੇ ਪਿੰਡਾਂ ਦੇ ਵਿੱਚ ਜੋ ਲੋਕਾਂ ਦੇ ਵਿੱਚ ਜੋਸ਼ ਹੈ, ਸੋ ਉੱਥੇ ਬਾਰ-ਬਾਰ ਸੰਗਤਾਂ ਜਾ ਰਹੀਆਂ ਨੇ। ਸਭ ਤੋਂ ਇਸ ਮਾਰਚ ਦੇ ਵਿੱਚ ਕਿੰਨੇ ਜਿਹੜੇ ਕਿ ਕਿਸ ਇਲਾਕੇ ਤੋਂ ਜਿਹੜੀ ਕਿ ਸੰਗਤ ਆ ਕੇ ਸ਼ਮੂਲੀਅਤ ਕਰ ਰਹੀ ਹੈ, ਕਿਸ ਇਲਾਕੇ ਤੋਂ? ਇਹੀ ਦੱਸ ਰਹੇ ਕਿ ਸ਼ੁਰੂਆਤ ਹੈ ਜੋ ਪਹਿਲੇ ਦਿਨ ਤੇ ਪੱਕੇ ਉੱਥੇ ਮੋਰਚੇ ਬੈਠੇ ਹੋਏ ਨੇ ਇਸ ਖੇਤਰ ਤੋਂ ਵੀ ਪਹਿਲੇ ਦਿਨ ਤੋਂ ਹੀ। ਸੋ ਅੱਜ ਨੌਜਵਾਨਾਂ ਵੱਲੋਂ ਫਿਰ ਇਕੱਤਰ ਹੋ ਕੇ ਇੱਥੇ ਕੌਮੀ ਇਨਸਾਫ ਮੋਰਚੇ ਦੇ ਬੈਨਰ ਹੇਠ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਕਿ ਸ਼ਾਂਤਮਈ ਤੌਰ ਤੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕੀਏ, ਜਿਸ ਦੇ ਵਿੱਚ ਮੋਹਾਲੀ, ਕੁਰਾਲੀ ਖੇਤਰ, ਮਾਜਰੀ ਬਲਾਕ ਅਤੇ ਰੋਪੜ ਏਰੀਆ, ਅਨੰਦਪੁਰ ਸਾਹਿਬ ਏਰੀਆ, ਅੱਗੇ ਵੀ ਜਾ ਕੇ ਪਿੰਡਾਂ ਦੇ ਵਿੱਚ ਥਾਂ ਥਾਂ ਜਿੱਥੇ ਪੜਾਅ ਹੋਣਗੇ, ਸੰਗਤਾਂ ਸ਼ਾਮਲ ਹੋਣਗੀਆਂ। ਸ਼ਾਂਤਮਈ ਤੌਰ ਤੇ ਜਾਪ ਕਰਦੇ ਹੋਏ ਉੱਥੇ ਪਹੁੰਚਣਾ ਹੈ ਤਾਂ ਕਿ ਹੋਰ ਸੰਗਤਾਂ ਦੀ ਵੀ ਆਵਾਜ਼ ਹੈ ਜਿਹੜੀ ਉਹ ਸਰਕਾਰਾਂ ਤੱਕ ਪਹੁੰਚ ਸਕੇ ਤੇ ਬੰਦੀ ਸਿੰਘ ਰਿਹਾ ਕਰ ਸਕੇ। ਦੂਜੀ ਗੱਲ ਹੈ, ਅੱਜ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ, ਇਹ ਵੀ ਕਾਨੂੰਨ ਕੰਮ ਨਹੀਂ। ਦੂਜੇ ਪਾਸੇ ਇੱਕ ਪਾਸੇ ਦਾ ਸਜ਼ਾ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਜਿਹੜੇ ਦੋਸ਼ੀ ਉਹ ਅੱਜ ਬਾਹਰ ਘੁੰਮ ਰਹੇ ਨੇ। ਸ਼੍ਰੋਮਣੀ ਕਮੇਟੀ ਤੇ ਵੀ ਸਵਾਲ ਨੇ, 328 ਮਹਾਰਾਜ ਦੇ ਸਰੂਪ ਗਾਇਬ ਨੇ ਤੇ ਬਹੁਤ ਵੱਡੇ ਮਸਲੇ ਨੇ। 4 ਮੰਗਾਂ ਨੂੰ ਲੈ ਕੇ ਮੁੱਖ ਇਹ ਉੱਥੇ ਬੈਠੇ ਹੈ, ਚਾਰੋਂ ਹੀ ਹੱਲ ਕਰਵਾਈਆਂ ਜਾਣਗੀਆਂ। ਹੁਣ ਸੰਗਤਾਂ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ, ਭਾਵੇਂ ਲੰਮਾ ਸਮਾਂ ਲੱਗੇ। ਆਖਰ ਨੂੰ ਇਹ ਜਦੋਂ ਪਾਣੀ ਸਿਰ ਤੋਂ ਲੰਘ ਗਿਆ, ਹੁਣ ਉੱਥੇ ਸੰਗਤ ਬੈਠ ਗਈ ਹੈ ਸ਼ਾਂਤਮਈ ਤੌਰ ਤੇ। ਹੁਣ ਦੇਖਦੇ ਸਰਕਾਰ ਆਪਣਾ ਫਰਜ਼ ਕਦੋਂ ਪੂਰਾ ਕਰਦੀ ਹੈ।